ਹੈਲੋ ਸਟੂਡੈਂਟਸ, ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਆਪਣੀ ਸੋਲਵਰ ਅਕੈਡਮੀ ਤੇ। ਜਿਵੇਂ ਤੁਹਾਨੂੰ ਪਤਾ ਹੀ ਹੈ, ਆਪਾਂ ਇਸ ਅਕੈਡਮੀ ਤੇ ਈਡੀਟੀ 59 ਦੀ ਤਿਆਰੀ ਕਰਵਾ ਰਹੇ ਹਾਂ ਤੇ ਆਪਣਾ ਸਬਜੈਕਟ ਸੋਸ਼ਲ ਸਾਇੰਸ, ਜਿਸ ਦਾ ਆਪਾਂ ਭੂਗੋਲ ਜਿਹੜਾ ਜੀਓਗ੍ਰਾਫੀ ਆਪਾਂ ਕਰਵਾ ਰਹੇ ਹਾਂ। ਤੇ ਅੱਜ ਆਪਾਂ ਉਸ ਦਾ ਲੈਸਨ ਦੂਜੇ ਦਾ ਪਾਰਟ ਚੌਥਾ ਕਰਾਂਗੇ ਤੇ ਜਿਹੜਾ ਇਸ ਦੇ ਭਾਗ ਪਹਿਲਾ, ਦੂਜਾ ਤੇ ਤੀਜਾ ਹੈ ਉਹ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇਖਣ ਨੂੰ ਮਿਲ ਜਾਊਗਾ। ਤੇ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ। ਤੇ ਇੱਕ ਗੱਲ ਹੋਰ, ਜੇਕਰ ਤੁਹਾਨੂੰ ਕਿਸੇ ਵੀ ਪੁਆਇੰਟ ਤੇ ਕੋਈ ਡਾਊਟ ਹੁੰਦਾ ਹੈ ਤਾਂ ਤੁਸੀਂ ਟੈਲੀਗ੍ਰਾਮ ਨੂੰ ਜੁਆਇਨ ਕਰਕੇ ਉਧਰ ਆਪਣਾ ਜਿਹੜਾ ਡਾਊਟ ਹੈ ਉਹ ਕਲੀਅਰ ਕਰ ਸਕਦੇ ਹੋ। ਤੇ ਜਿਹੜਾ ਟੈਲੀਗ੍ਰਾਮ ਦਾ ਲਿੰਕ ਹੈ ਉਹ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇਖਣ ਨੂੰ ਮਿਲ ਜਾਊਗਾ। ਤੇ ਆਪਾਂ ਜ਼ਿਆਦਾ ਸਮਾਂ ਲੈਂਦੇ ਹੋਏ ਵੀਡੀਓ ਨੂੰ ਸਟਾਰਟ ਕਰਦੇ ਹਾਂ। ਤੇ ਆਪਣਾ ਜਿਹੜਾ ਪੁਆਇੰਟ ਹੈ ਉਹ ਹੈਗਾ ਭਾਰਤੀ ਭੂਗੋਲ ਦਾ ਤੀਜਾ ਭਾਗ, ਪ੍ਰਾਇਦੀਪ ਪਠਾਰ। ਤੇ ਜਿਹੜਾ ਇਹਦਾ ਭਾਗ ਪਹਿਲਾ ਹੈ ਹਿਮਾਲਿਆ ਪਰਬਤ ਤੇ ਭਾਗ ਦੂਜਾ ਹੈ ਉੱਤਰੀ ਵਿਸ਼ਾਲ ਮੈਦਾਨ। ਉਹ ਤੁਹਾਨੂੰ ਇਸ ਜਿਹੜਾ ਉਹ ਵੀਡੀਓ ਹੈ ਜਿਹੜਾ ਆਪਾਂ ਪਿੱਛੇ ਕਰ ਚੁੱਕੇ ਹਾਂ ਉਹ ਉਧਰ ਤੁਹਾਨੂੰ ਦੇਖਣ ਨੂੰ ਮਿਲ ਜਾਊਗੀ। ਤੇ ਆਪਾਂ ਹੁਣ ਸਟਾਰਟ ਕਰਦੇ ਹਾਂ। ਤੇ ਇਸ ਦਾ ਤੀਜਾ ਭਾਗ ਹੈ ਪ੍ਰਾਇਦੀਪ ਪਠਾਰ। ਤੁਸੀਂ ਇਸ ਵਿੱਚ ਦੇਖ ਵੀ ਸਕਦੇ ਹੋ ਜਿਹੜਾ ਆਪਣੇ ਭਾਰਤ ਦਾ ਨਕਸ਼ਾ ਹੈ। ਤੁਸੀਂ ਇਸ ਵਿੱਚ ਦੇਖੋਗੇ ਇਹ ਵਾਲਾ ਆਪਾਂ ਨੇ ਕਰਾ ਲਿਆ, ਇਹ ਵਾਲਾ ਹਿਮਾਲਿਆ ਪਰਬਤ, ਤੇ ਆਪਾਂ ਨੇ ਇਹ ਵਾਲਾ ਕਰਵਾ ਲਿਆ ਉੱਤਰ ਦੇ ਵਿਸ਼ਾਲ ਮੈਦਾਨ। ਤੇ ਅੱਜ ਆਪਾਂ ਕਰਾਂਗੇ ਇਸ ਵੀਡੀਓ ਵਿੱਚ ਇਹ ਵਾਲਾ, ਇਹ ਤੁਸੀਂ ਦੇਖ ਸਕਦੇ ਹੋ, ਇਸ ਨੂੰ ਬੋਲਦੇ ਆ ਪ੍ਰਾਇਦੀਪ ਪਠਾਰ। ਇਹ ਆਪਾਂ ਸਾਰਾ ਹੁਣ ਦੇਖਦੇ ਹਾਂ ਤੇ ਆਪਾਂ ਇਸ ਦੇ ਇੰਪੋਰਟੈਂਟ ਜਿਹੜੇ ਪੁਆਇੰਟ ਹੈ ਉਹ ਦੇਖਦੇ ਹਾਂ। ਤੇ ਇੱਕ ਗੱਲ ਹੋਰ, ਜਿਹੜੇ ਵੀ ਮੈਂ ਪੁਆਇੰਟ ਕਰਾਊਂਗਾ ਉਹ ਤੁਸੀਂ ਕਾਪੀ ਦੇ ਵਿੱਚ ਨੋਟ ਜ਼ਰੂਰ ਕਰੋ, ਕਿਉਂਕਿ ਇਹ ਪੁਆਇੰਟ ਬਹੁਤ ਇੰਪੋਰਟੈਂਟ ਨੇ। ਤੇ ਜਿਹੜਾ ਪਹਿਲਾ ਪੁਆਇੰਟ ਇਸ ਦਾ ਬਣਦਾ ਹੈ ਉਹ ਬਣਦਾ ਕਿ ਭਾਰਤ ਦਾ ਤੀਜਾ ਪ੍ਰਮੁੱਖ ਭੂ ਭਾਗ ਮੱਧ ਤੇ ਦੱਖਣੀ ਭਾਰਤ ਦਾ ਪਠਾਰੀ ਇਲਾਕਾ ਹੈ। ਇਹ ਤ੍ਰਿਭੁਜ ਆਕਾਰ ਦਾ ਹੈ, ਯਾਨੀ ਕਿ ਜਿਹੜਾ ਭਾਰਤ ਦਾ ਤੀਜਾ ਪ੍ਰਮੁੱਖ ਭੂ ਭਾਗ ਹੈ ਉਹ ਮੱਧ ਵਿੱਚ ਤੇ ਦੱਖਣੀ ਭਾਰਤ ਦਾ ਪਠਾਰੀ ਇਲਾਕਾ ਹੈ, ਜਿਸ ਦਾ ਨਾਮ ਹੈ ਪ੍ਰਾਇਦੀਪ ਪਠਾਰ। ਤੇ ਇਹ ਤ੍ਰਿਭੁਜ ਆਕਾਰ ਦਾ ਹੈ। ਤੁਸੀਂ ਇਸ ਨੂੰ ਮੈਪ ਵਿੱਚ ਦੇਖ ਵੀ ਸਕਦੇ ਹੋ, ਇਹ ਤ੍ਰਿਭੁਜ ਆਕਾਰ ਦਾ ਹੈ। ਤੁਸੀਂ ਦੇਖੋਗੇ ਇਹ ਦੇਖੋ, ਇਹ ਤ੍ਰਿਭੁਜ ਆਕਾਰ ਦਾ ਹੈ। ਤੇ ਅੱਗੇ ਦੇਖੋ, ਇਸ ਦਾ ਨੈਕਸਟ ਪੁਆਇੰਟ ਹੈ, ਇਸ ਦੇ ਤਿੰਨ ਪਾਸੇ ਸਮੁੰਦਰ ਲੱਗਣ ਕਰਕੇ ਇਸ ਨੂੰ ਪ੍ਰਾਇਦੀਪ ਕਿਹਾ ਜਾਂਦਾ ਹੈ। ਜਿਹੜਾ ਇਹ ਪ੍ਰਾਇਦੀਪ ਪਠਾਰ ਹੈ ਇਹਦੇ ਤਿੰਨ ਪਾਸੇ ਸਮੁੰਦਰ ਲੱਗਣ ਕਰਕੇ ਇਸ ਨੂੰ ਕੀ ਕਿਹਾ ਜਾਂਦਾ ਹੈ? ਪ੍ਰਾਇਦੀਪ ਕਿਹਾ ਜਾਂਦਾ ਹੈ। ਤੁਸੀਂ ਦੇਖ ਵੀ ਸਕਦੇ ਹੋ ਇਹ ਭਾਰਤ ਦਾ ਜਿਹੜਾ ਨਕਸ਼ਾ ਹੈ ਇਹ ਪ੍ਰਾਇਦੀਪ ਪਠਾਰ ਹੋ ਗਿਆ ਇਹ ਵਾਲਾ। ਤੇ ਇੱਧਰ ਜਿਹੜਾ ਇਹ ਸਮੁੰਦਰ ਹੈ, ਤਿੰਨ ਪਾਸੇ ਸਮੁੰਦਰ ਲੱਗਦਾ ਹੈ ਪ੍ਰਾਇਦੀਪ ਪਠਾਰ ਦੇ, ਤਾਂ ਹੀ ਇਸ ਨੂੰ ਪ੍ਰਾਇਦੀਪ ਪਠਾਰ ਕਿਹਾ ਜਾਂਦਾ ਹੈ। ਇਹ ਉੱਤਰ ਪੱਛਮ ਵਿੱਚ ਅਰਾਵਲੀ ਤੋਂ ਲੈ ਕੇ ਉੱਤਰ ਪੂਰਬ ਵਿੱਚ ਸ਼ਿਲਾਂਗ ਯਾਨੀ ਕਿ ਮੇਘਾਲਿਆ ਅਤੇ ਦੱਖਣ ਵਿੱਚ ਕੰਨਿਆਕੁਮਾਰੀ ਤਮਿਲਨਾਡੂ ਤੱਕ ਫੈਲਿਆ ਹੈ। ਇਹ ਜਿਹੜਾ ਪ੍ਰਾਇਦੀਪ ਪਠਾਰ ਹੈ ਇਹ ਉੱਤਰ ਪੱਛਮ ਵਿੱਚ ਅਰਾਵਲੀ ਪਰਬਤ ਹੈ ਤੋਂ ਲੈ ਕੇ ਉੱਤਰ ਪੂਰਬ ਵਿੱਚ ਸ਼ਿਲਾਂਗ ਮੇਘਾਲਿਆ ਯਾਨੀ ਕਿ ਜਿਹੜੀ ਮੇਘਾਲਿਆ ਦੀ ਰਾਜਧਾਨੀ ਹੈ ਸ਼ਿਲਾਂਗ ਉੱਧਰ ਤੱਕ, ਤੇ ਦੱਖਣ ਵਿੱਚ ਕੰਨਿਆਕੁਮਾਰੀ ਜਿਹੜਾ ਕਿ ਤਮਿਲਨਾਡੂ ਵਿੱਚ ਹੈ ਤੱਕ ਫੈਲਿਆ ਹੋਇਆ ਹੈ। ਜਿਹੜਾ ਪ੍ਰਾਇਦੀਪ ਪਠਾਰ ਹੈ ਇਹ ਇੱਧਰ ਤੱਕ ਫੈਲਿਆ ਹੋਇਆ ਹੈ। ਇਸ ਦਾ ਖੇਤਰਫਲ 16 ਲੱਖ ਕਿਲੋਮੀਟਰ ਸਕੁਅਰ ਅਤੇ ਉਚਾਈ 600 ਤੋਂ 900 ਮੀਟਰ ਹੈ। ਇਸ ਦਾ ਜਿਹੜਾ ਖੇਤਰਫਲ ਹੈ ਉਹ ਕਿੰਨਾ ਹੈ? 16 ਲੱਖ ਕਿਲੋਮੀਟਰ ਸਕੁਅਰ, ਤੇ ਜਿਹੜੀ ਉਚਾਈ ਹੈ ਇਸ ਦੀ 600 ਤੋਂ 900 ਮੀਟਰ ਹੈ। ਤੇ ਅੱਗੇ ਦੇਖੋ, ਇਸ ਦਾ ਜਨਮ ਹਿਮਾਲਿਆ ਪਰਬਤ ਤੋਂ ਵੀ ਪਹਿਲਾਂ ਹੋਇਆ। ਜਿਹੜਾ ਭਾਰਤ ਭੂਗੋਲਿਕ ਦਾ ਪਹਿਲਾ ਭਾਗ ਹੈ ਹਿਮਾਲਿਆ ਪਰਬਤ, ਉਸ ਦਾ ਜਿਹੜਾ ਜਨਮ ਹੋਇਆ ਹੈ ਉਸ ਤੋਂ ਵੀ ਪਹਿਲਾਂ ਪ੍ਰਾਇਦੀਪ ਪਠਾਰ ਦਾ ਜਨਮ ਹੋਇਆ ਹੈ। ਯਾਨੀ ਕਿ ਪ੍ਰਾਇਦੀਪ ਪਠਾਰ ਹੈ ਉਹ ਸਭ ਤੋਂ ਜਿਹੜਾ ਪੁਰਾਣਾ ਹੈ। ਇਸ ਦੇ ਸਭ ਤੋਂ ਵੱਧ ਖਣਿਜ ਭੰਡਾਰ ਮਿਲਦੇ ਹਨ 98%। ਜਿਹੜਾ ਇਹ ਪ੍ਰਾਇਦੀਪ ਪਠਾਰ ਹੈ ਇਸ ਤੇ ਜਿਹੜੇ ਖਣਿਜ ਭੰਡਾਰ ਹੈ, ਖਣਿਜ ਯਾਨੀ ਕਿ ਮੈਗਨੀਜ, ਲੋਹਾ, ਤਾਂਬਾ, ਇਹ ਵਾਲੇ ਜਿਹੜੇ ਖਣਿਜ ਭੰਡਾਰ ਹੈ ਇਹ ਇੱਧਰ ਪ੍ਰਾਇਦੀਪ ਪਠਾਰ ਵਿੱਚ ਸਭ ਤੋਂ ਵੱਧ ਮਿਲਦੇ ਹਨ। ਕਿੰਨੇ ਮਿਲਦੇ ਹਨ? 98%। ਸਤਪੁੜਾ ਦੀਆਂ ਪੂਰਬੀ ਪੱਛਮੀ ਸ਼੍ਰੇਣੀਆਂ ਨੂੰ ਆਧਾਰ ਮੰਨ ਕੇ ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਉੱਤਰੀ ਹਿੱਸਾ ਤੇ ਦੱਖਣੀ ਹਿੱਸਾ। ਜਿਹੜਾ ਕਿ ਸਤਪੁੜਾ ਦੀਆਂ ਪੂਰਬੀ ਪੱਛਮੀ ਸ਼੍ਰੇਣੀਆਂ ਨੂੰ ਆਧਾਰ ਮੰਨ ਕੇ ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਜਿਹੜਾ ਇਹ ਪ੍ਰਾਇਦੀਪ ਪਠਾਰ ਹੈ ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਕਿਹੜੇ ਆ ਉਹ ਭਾਗ? ਉੱਤਰੀ ਹਿੱਸਾ ਤੇ ਦੱਖਣੀ ਹਿੱਸਾ। ਉੱਤਰੀ ਹਿੱਸੇ ਨੂੰ ਮਾਲਵੇ ਦੀ ਪਠਾਰ ਅਤੇ ਦੱਖਣੀ ਹਿੱਸੇ ਨੂੰ ਦੱਖਣ ਦੀ ਪਠਾਰ ਕਿਹਾ ਜਾਂਦਾ ਹੈ। ਜਿਹੜਾ ਇਹ ਦੋ ਭਾਗਾਂ ਵਿੱਚ ਵੰਡ ਗਿਆ, ਉੱਤਰੀ ਅਤੇ ਦੱਖਣੀ, ਤੇ ਉੱਤਰੀ ਹਿੱਸੇ ਨੂੰ ਕੀ ਕਿਹਾ ਜਾਂਦਾ ਹੈ? ਮਾਲਵੇ ਦੀ ਪਠਾਰ, ਤੇ ਦੱਖਣੀ ਹਿੱਸੇ ਨੂੰ ਕੀ ਕਿਹਾ ਜਾਂਦਾ ਹੈ? ਦੱਖਣ ਦੀ ਪਠਾਰ। ਆਪਾਂ ਇਸ ਦਾ ਜਿਹੜਾ ਪਹਿਲਾ ਭਾਗ ਹੈ ਯਾਨੀ ਕਿ ਉੱਤਰ ਦਾ ਜਿਹੜਾ ਉੱਤਰੀ ਹਿੱਸਾ ਹੈ ਜਿਹੜਾ ਯਾਨੀ ਕਿ ਮਾਲਵੇ ਦੀ ਪਠਾਰ ਜਿਹਨੂੰ ਕਿਹਾ ਜਾਂਦਾ ਹੈ ਉਹ ਆਪਾਂ ਵਿਸਥਾਰ ਵਿੱਚ ਕਰਦੇ ਹਾਂ।
ਤੇ ਤੁਸੀਂ ਮਾਲਵੇ ਦੀ ਪਠਾਰ ਨੂੰ ਭਾਰਤ ਦੇ ਨਕਸ਼ੇ ਵਿੱਚ ਦੇਖ ਵੀ ਸਕਦੇ ਹੋ। ਇਹ ਭਾਰਤ ਦਾ ਨਕਸ਼ੇ ਦਾ ਜਿਹੜਾ ਇਹ ਦੱਖਣੀ ਸਿਰਾ ਹੈ, ਇਹ ਸਾਰਾ ਦਾ ਸਾਰਾ ਭਾਰਤ ਦੇ ਨਕਸ਼ੇ ਦਾ ਦੱਖਣੀ ਸਿਰਾ ਹੈ। ਤੇ ਤੁਸੀਂ ਦੇਖੋਗੇ ਜਿਹੜਾ ਆਪਾਂ ਮਾਲਵੇ ਦੀ ਪਠਾਰ ਕਰਾਂਗੇ ਉਹ ਕਿੱਧਰ ਤੋਂ ਕਿੱਧਰ ਤੱਕ ਫੈਲਿਆ ਹੈ, ਇਹ ਤੁਸੀਂ ਦੇਖ ਸਕਦੇ ਹੋ। ਇੱਧਰ ਤੋਂ ਲੈ ਕੇ ਤੁਸੀਂ ਦੇਖੋਗੇ ਇੱਧਰ ਤੱਕ ਇਹ ਵਾਲਾ ਫੈਲਿਆ ਹੋਇਆ ਹੈ, ਇਹ ਵਾਲਾ ਜਿਹੜਾ ਮਾਲਵੇ ਦੀ ਪਠਾਰ ਹੈ। ਤੇ ਦੇਖੋ ਇਸਦੇ ਜਿਹੜੇ ਪੁਆਇੰਟ ਬਣਦੇ ਆ ਉਹ ਆਪਾਂ ਪੜ੍ਹ ਲੈਂਦੇ ਆ। ਇਹ ਪੱਛਮ ਵਿੱਚ ਅਰਾਵਲੀ, ਉੱਤਰ ਵਿੱਚ ਬੁੰਦੇਲਖੰਡ, ਪੂਰਬ ਵਿੱਚ ਛੋਟਾ ਨਾਗਪੁਰ ਅਤੇ ਦੱਖਣ ਵਿੱਚ ਸਤਪੁੜਾ ਤੱਕ ਤ੍ਰਿਭੁਜ ਆਕਾਰ ਵਿੱਚ ਫੈਲਿਆ ਹੋਇਆ ਹੈ। ਤੁਸੀਂ ਇਸ ਨੂੰ ਮੈਪ ਵਿੱਚ ਦੇਖ ਵੀ ਸਕਦੇ ਹੋ। ਇਹ ਪੱਛਮ ਵਿੱਚ ਅਰਾਵਲੀ ਪਰਬਤ ਤੁਸੀਂ ਦੇਖੋਗੇ, ਪੱਛਮ ਵਿੱਚ ਅਰਾਵਲੀ ਯਾਨੀ ਕਿ ਜਿਹੜਾ ਪਹਾੜ ਜਿਹੜੀ ਦਿਸ਼ਾ ਨੇ ਤੁਸੀਂ ਦੇਖੋਗੇ ਇਹ ਵਾਲੀ ਦਿਸ਼ਾ, ਇਹ ਉੱਤਰ ਹੈ, ਇਹ ਪੱਛਮ ਹੈ ਤੇ ਇਹ ਦੱਖਣ ਹੈ ਤੇ ਇਹ ਵਾਲਾ ਪੂਰਬ ਹੈ। ਯਾਨੀ ਕਿ ਪੱਛਮ ਵਿੱਚ ਅਰਾਵਲੀ ਤੁਸੀਂ ਦੇਖੋਗੇ ਇਹ ਵਾਲੀ ਅਰਾਵਲੀ, ਯਾਨੀ ਕਿ ਪੱਛਮ ਵਿੱਚ ਕੀ ਹੋ ਗਿਆ ਅਰਾਵਲੀ, ਉੱਤਰ ਵਿੱਚ ਬੁੰਦੇਲਖੰਡ ਤੁਸੀਂ ਦੇਖੋਗੇ ਇਹ ਵਾਲਾ ਬੁੰਦੇਲਖੰਡ ਜਿਹੜਾ ਕਿ ਉੱਤਰ ਵੱਲ ਹੈ, ਤੇ ਪੂਰਬ ਵਿੱਚ ਛੋਟਾ ਨਾਗਪੁਰ, ਇਹ ਵਾਲਾ ਤੁਸੀਂ ਦੇਖੋਗੇ ਛੋਟਾ ਨਾਗਪੁਰ, ਇਹ ਉੱਤਰ ਵੱਲ, ਤੇ ਦੱਖਣ ਵਿੱਚ ਸਤਪੁੜਾ ਤੱਕ ਤ੍ਰਿਭੁਜ, ਇਹ ਤੁਸੀਂ ਦੇਖੋਗੇ ਸਤਪੁੜਾ ਸ਼੍ਰਿੰਖਲਾ ਤੁਸੀਂ ਦੇਖੋਗੇ ਇਹ ਵਾਲਾ ਦੱਖਣ ਵਿੱਚ ਤੱਕ ਤ੍ਰਿਭੁਜ ਆਕਾਰ ਵਿੱਚ ਫੈਲਿਆ ਹੋਇਆ ਹੈ। ਜਿਹੜਾ ਮਾਲਵੇ ਦਾ ਪਠਾਰ ਹੈ ਇਹ ਕਿੱਧਰ ਤੋਂ ਕਿੱਧਰ ਤੱਕ ਫੈਲਿਆ ਇਹ ਤੁਸੀਂ ਦੇਖ ਸਕਦੇ ਹੋ। ਤੇ ਆਪਾਂ ਇਸ ਦੇ ਅੱਗੇ ਪੁਆਇੰਟ ਦੇਖਦੇ ਹਾਂ। ਇਹ ਪਠਾਰ ਜਵਾਲਾਮੁਖੀ ਦੁਆਰਾ ਵਿਛਾਈ ਗਈ ਕਾਲੀ ਮਿੱਟੀ ਦਾ ਬਣਿਆ ਹੈ ਜੋ ਕਪਾਹ ਤੇ ਗੰਨੇ ਦੀ ਖੇਤੀ ਲਈ ਲਾਹੇਵੰਦ ਹੈ। ਇਹ ਜਿਹੜਾ ਮਾਲਵੇ ਦੀ ਪਠਾਰ ਹੈ ਇਹ ਜਵਾਲਾਮੁਖੀ ਦੁਆਰਾ ਵਿਛਾਈ ਗਈ ਕਾਲੀ ਮਿੱਟੀ ਦਾ ਬਣਿਆ ਹੈ ਜੋ ਕਿ ਜਿਹੜੀ ਕਪਾਹ ਤੇ ਗੰਨੇ ਦੀ ਖੇਤੀ ਲਈ ਬਹੁਤ ਹੀ ਲਾਹੇਵੰਦ ਹੈ। ਤੇ ਇਸ ਦਾ ਨੈਕਸਟ ਪੁਆਇੰਟ ਹੈ ਇਸ ਦੀ ਉੱਤਰੀ ਸੀਮਾ ਅਵਤਲ ਚਾਪ ਆਕਾਰ ਦੀ ਹੈ। ਤੁਸੀਂ ਇਸ ਨੂੰ ਮੈਪ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਇਸ ਦੀ ਜੋ ਉੱਤਰੀ ਦੇਖੋ ਤੁਸੀਂ ਜਿਹੜਾ ਉੱਤਰ ਹੈ ਉਹ ਅਵਤਲ ਚਾਪ ਵਰਗਾ ਹੈ, ਤੁਸੀਂ ਦੇਖ ਵੀ ਸਕਦੇ ਹੋ। ਇਹ ਵਾਲਾ ਜਿਹੜਾ ਆਪਾਂ ਨੇ ਕੀਤਾ ਸੀ ਮਾਲਵੇ ਦਾ ਪਠਾਰ, ਇਹ ਜਿਹੜਾ ਅਵਤਲ ਚਾਪ ਵਰਗਾ ਹੈ, ਯਾਨੀ ਕਿ ਐਦਾਂ ਹੈ। ਇਹ ਵਾਲਾ ਜਿਹੜਾ ਐਦਾਂ ਹੈ, ਤੁਸੀਂ ਦੇਖੋਗੇ ਐਦਾਂ ਅਵਤਲ ਚਾਪ ਵਰਗਾ ਜਿਹੜਾ ਮਾਲਵੇ ਦੀ ਪਠਾਰ ਹੈ। ਤੇ ਇਸ ਦੇ ਨੈਕਸਟ ਪੁਆਇੰਟ ਬਣਦੇ ਆ ਇਸ ਨੂੰ ਅੱਗੇ 3 ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਇਹ ਜਿਹੜਾ ਮਾਲਵੇ ਦੀ ਪਠਾਰ ਹੈ ਇਸ ਨੂੰ ਅੱਗੇ ਕਿੰਨੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ? 3 ਹਿੱਸਿਆਂ ਵਿੱਚ। ਉਹ ਕਿਹੜੇ ਕਿਹੜੇ ਆ ਆਪਾਂ ਦੇਖਦੇ ਹਾਂ। ਪਹਿਲਾ ਹੈ ਅਰਾਵਲੀ ਪਰਬਤ ਸ਼੍ਰੇਣੀ, ਦੂਜਾ ਵਿੰਧਿਆਚਲ ਪਰਬਤ ਸ਼੍ਰੇਣੀ, ਤੀਜਾ ਸਤਪੁੜਾ ਦੀਆਂ ਪਹਾੜੀਆਂ। ਤੁਸੀਂ ਇਸ ਨੂੰ ਮੈਪ ਵਿੱਚ ਵੀ ਦੇਖ ਸਕਦੇ ਹੋ। ਇਹ ਦੇਖੋ ਜਿਹੜਾ ਅਰਾਵਲੀ ਪਰਬਤ, ਇਹ ਦੇਖੋ ਤੁਸੀਂ ਅਰਾਵਲੀ ਪਰਬਤ ਸ਼੍ਰਿੰਖਲਾ ਇੱਧਰ ਹੈ, ਤੇ ਵਿੰਧਿਆਚਲ ਤੁਸੀਂ ਦੇਖੋਗੇ ਇਹ ਵਾਲਾ ਵਿੰਧਿਆਚਲ ਹੈ, ਇਹ ਵਾਲਾ ਤੁਸੀਂ ਦੇਖੋ ਵਿੰਧਿਆਚਲ, ਤੇ ਜਿਹੜਾ ਸਤਪੁੜਾ ਦੀਆਂ ਪਹਾੜੀਆਂ ਤੁਸੀਂ ਦੇਖੋ ਇਹ ਵਾਲਾ ਸਤਪੁੜਾ ਸ਼੍ਰਿੰਖਲਾ ਦੱਖਣ, ਯਾਨੀ ਕਿ ਸਤਪੁੜਾ ਦੀਆਂ ਪਹਾੜੀਆਂ। ਇਹ ਵਾਲੇ 3 ਭਾਗ ਜਿਹੜੇ ਮਾਲਵੇ ਦੀ ਪਠਾਰ ਦੇ ਬਣਦੇ ਆ, ਤੇ ਆਪਾਂ ਇਹਨਾਂ ਨੂੰ ਵਿਸਥਾਰ ਵਿੱਚ ਦੇਖਦੇ ਹਾਂ। ਪਹਿਲਾ ਜਿਹੜਾ ਅਰਾਵਲੀ ਪਰਬਤ ਸ਼੍ਰੇਣੀ, ਇਹ ਦਿੱਲੀ ਤੋਂ ਗੁਜਰਾਤ ਤੱਕ 725 ਕਿਲੋਮੀਟਰ ਦੀ ਲੰਬਾਈ ਨਾਲ ਫੈਲੇ ਹੋਏ ਹਨ। ਇਸ ਉੱਤੇ ਮਾਊਂਟ ਆਬੂ ਦੀ ਸਿਖਰ ਚੋਟੀ ਜਿਹਦੀ ਲੰਬਾਈ ਹੈ 1722 ਮੀਟਰ ਅਤੇ ਇੱਕ ਦਰਾ ਗੋਰਨਗਾਟ ਹੈ ਜੋ ਗੁਰੂ ਸਿਖਰ ਅਤੇ ਮਾਊਂਟ ਆਬੂ ਨੂੰ ਵੱਖ ਕਰਦਾ ਹੈ। ਜਿਹੜਾ ਇਹ ਪਹਿਲਾ ਭਾਗ ਹੈ ਅਰਾਵਲੀ ਪਰਬਤ ਸ਼੍ਰੇਣੀ, ਇਹ ਕਿੱਧਰ ਤੋਂ ਕਿੱਧਰ ਤੱਕ ਫੈਲਿਆ ਹੈ? ਦਿੱਲੀ ਤੋਂ ਗੁਜਰਾਤ ਤੱਕ 725 ਕਿਲੋਮੀਟਰ ਇਹਦੀ ਲੰਬਾਈ ਹੈ। ਤੇ ਇਸ ਤੇ ਜਿਹੜਾ ਮਾਊਂਟ ਆਬੂ ਦੀ ਗੁਰੂ ਸਿਖਰ ਚੋਟੀ ਤੁਸੀਂ ਦੇਖੋ, ਜਿਹੜਾ ਅਰਾਵਲੀ ਪਰਬਤ ਹੈ ਉਧਰ ਮਾਊਂਟ ਆਬੂ ਇੱਕ ਪਰਬਤ ਹੈ ਤੇ ਉਧਰ ਇੱਕ ਚੋਟੀ ਹੈ ਜਿਸ ਦਾ ਨਾਮ ਹੈ ਗੁਰੂ ਸਿਖਰ, ਤੇ ਉਸ ਦੀ ਕਿੰਨੀ ਲੰਬਾਈ ਹੈ? 1722 ਮੀਟਰ, ਤੇ ਇਹ ਸਭ ਤੋਂ ਉੱਚੀ ਚੋਟੀ ਹੈ ਅਰਾਵਲੀ ਪਰਬਤ ਦੀ। ਤੇ ਇੱਕ ਦਰਾ ਹੈ ਜਿਸ ਦਾ ਨਾਮ ਗੋਰਨਗਾਟ ਹੈ ਜੋ ਗੁਰੂ ਸਿਖਰ ਅਤੇ ਮਾਊਂਟ ਆਬੂ ਨੂੰ ਵੱਖ ਕਰਦਾ ਹੈ। ਤੇ ਇਸ ਦਾ ਦੂਜਾ ਭਾਗ ਦੇਖੋ ਵਿੰਧਿਆਚਲ ਪਰਬਤ ਸ਼੍ਰੇਣੀ, ਇਹ ਗੁਜਰਾਤ ਤੋਂ ਬਿਹਾਰ ਤੱਕ 1200 ਕਿਲੋਮੀਟਰ ਦੀ ਲੰਬਾਈ ਤੱਕ ਫੈਲਿਆ ਹੋਇਆ ਹੈ। ਜਿਹੜਾ ਵਿੰਧਿਆਚਲ ਪਰਬਤ ਹੈ ਇਹ ਕਿੱਧਰ ਤੋਂ ਕਿੱਧਰ ਤੱਕ ਫੈਲਿਆ ਹੈ? ਗੁਜਰਾਤ ਤੋਂ ਬਿਹਾਰ ਤੱਕ ਕਿੰਨੀ ਲੰਬਾਈ ਤੱਕ? 1200 ਕਿਲੋਮੀਟਰ ਦੀ ਲੰਬਾਈ ਤੱਕ। ਤੇ ਤੀਜਾ ਭਾਗ ਹੈ ਸਤਪੁੜਾ ਦੀਆਂ ਪਹਾੜੀਆਂ, ਇਹ ਨਰਮਦਾ ਨਦੀ ਤੋਂ ਛੋਟਾ ਨਾਗਪੁਰ ਯਾਨੀ ਕਿ ਝਾਰਖੰਡ, ਜਿਹੜਾ ਛੋਟਾ ਨਾਗਪੁਰ ਹੈ ਇਹ ਕਿੱਧਰ ਹੈ? ਝਾਰਖੰਡ ਵਿੱਚ, ਤੱਕ 1120 ਕਿਲੋਮੀਟਰ ਦੀ ਲੰਬਾਈ ਨਾਲ ਫੈਲਿਆ ਹੋਇਆ ਹਨ। ਇਸ ਦੇ ਪੱਛਮੀ ਭਾਗ ਨੂੰ ਰਾਜਪੀਪਲਾ ਪਹਾੜੀਆਂ ਅਤੇ ਪੂਰਬੀ ਭਾਗ ਨੂੰ ਅਮਰਕੰਟਕ ਦੀ ਪਠਾਰ ਕਹਿੰਦੇ ਹਨ। ਇਸ ਲੜੀ ਦੀ ਸਭ ਤੋਂ ਉੱਚੀ ਚੋਟੀ ਧੂਫਗੜ੍ਹ ਜਿਹਦੀ ਲੰਬਾਈ ਹੈ 1350 ਮੀਟਰ। ਦੇਖੋ ਜਿਹੜਾ ਸਤਪੁੜਾ ਦੀਆਂ ਪਹਾੜੀਆਂ ਨੇ
ਜਿਹੜਾ ਕਿ ਮਾਲਵੇ ਦੀ ਪਠਾਰ ਦਾ ਤੀਜਾ ਭਾਗ ਹੈ। ਇਹ ਕਿੱਧਰ ਤੋਂ ਕਿੱਧਰ ਤੱਕ ਫੈਲਿਆ ਹੈ? ਇਹ ਨਰਮਦਾ ਨਦੀ ਤੋਂ ਛੋਟਾ ਨਾਗਪੁਰ ਤੱਕ 1120 ਕਿਲੋਮੀਟਰ ਦੀ ਲੰਬਾਈ ਤੱਕ ਫੈਲਿਆ ਹੋਇਆ ਹੈ। ਤੇ ਇਸ ਦਾ ਜਿਹੜਾ ਪੱਛਮੀ ਭਾਗ ਹੈ, ਜਿਹੜਾ ਸਤਪੁੜਾ ਦੀਆਂ ਪਹਾੜੀਆਂ ਦਾ ਪੱਛਮੀ ਭਾਗ ਹੈ, ਉਸ ਨੂੰ ਕੀ ਕਹਿੰਦੇ ਆ? ਰਾਜਪੀਪਲਾ ਦੀਆਂ ਪਹਾੜੀਆਂ। ਤੇ ਪੂਰਬੀ ਭਾਗ ਨੂੰ ਅਮਰਕੰਟਕ ਦੀ ਪਠਾਰ ਕਹਿੰਦੇ ਆ। ਇਸ ਲੜੀ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਧੂਫਗੜ੍ਹ। ਤੇ ਇਹਨੂੰ ਜਿਹੜਾ ਯਾਦ ਰੱਖਣ ਦਾ ਇੱਕ ਟ੍ਰਿਕ ਹੈ, ਜਿਹੜਾ ਧੂਫਗੜ੍ਹ ਹੈ ਇਹ ਚੋਟੀ ਸਭ ਤੋਂ ਉੱਚੀ ਹੈ ਤੇ ਇਸ ਨੂੰ ਯਾਦ ਰੱਖਣ ਦੀ ਇੱਕ ਟ੍ਰਿਕ ਹੈ। ਤੁਸੀਂ ਦੇਖੋ ਜਿਹੜਾ ਪੂੜਾ ਹੁੰਦਾ ਹੈ, ਪੂੜਾ ਜਿਹੜਾ ਆਪਾਂ ਖਾਂਦੇ ਆ, ਉਹ ਪੂੜਾ ਗਰਮੀ ਵਿੱਚ ਪੱਕਦਾ, ਯਾਨੀ ਕਿ ਗਰਮ ਜਿਹੜਾ ਅੱਗ ਤੇ ਪੱਕਦਾ। ਤੇ ਤੁਸੀਂ ਦੇਖੋ ਵੀ ਅੱਗ ਜਿਹੜੀ ਗਰਮ ਹੁੰਦੀ ਹੈ ਤੇ ਤੁਸੀਂ ਦੇਖੋ ਧੂਫ ਵੀ ਜਿਹੜੀ ਗਰਮ ਹੁੰਦੀ ਹੈ ਤੇ ਇਹਦੇ ਕੰਬੀਨੇਸ਼ਨ ਨਾਲ ਆਪਾਂ ਇਸ ਨੂੰ ਯਾਦ ਕਰ ਸਕਦੇ ਆ। ਤੇ ਇਸ ਦਾ ਜਿਹੜਾ ਦੱਖਣ ਦੀ ਪਠਾਰ, ਜਿਹੜਾ ਆਪਾਂ ਪ੍ਰਾਇ ਦੀ ਪਠਾਰ ਕਰਾ ਰਹੇ ਆ, ਇਸ ਦਾ ਜਿਹੜਾ ਪਹਿਲਾ ਭਾਗ ਸੀ ਜਿਹੜਾ ਮਾਲਵੇ ਦੀ ਪਠਾਰ, ਉਹ ਆਪਾਂ ਕਰ ਚੁੱਕੇ ਆ। ਤੇ ਇਸ ਦਾ ਦੂਜਾ ਭਾਗ ਹੈ ਜਿਹੜਾ ਦੱਖਣ ਦੀ ਪਠਾਰ, ਇਹਨੂੰ ਆਪਾਂ ਵਿਸਥਾਰ ਵਿੱਚ ਦੇਖਦੇ ਆ। ਤੇ ਤੁਸੀਂ ਇਸ ਨੂੰ ਮੈਪ ਵਿੱਚ ਵੀ ਦੇਖ ਸਕਦੇ ਹੋ। ਇਹ ਜਿਹੜਾ ਆਪਾਂ ਨੇ ਕਰ ਲਿਆ ਮਾਲਵੇ ਦੀ ਪਠਾਰ, ਤੇ ਜਿਹੜਾ ਵੀ ਇਹ ਨੀਚੇ ਜਿੰਨਾ ਵੀ ਰਹਿੰਦਾ ਹੈ ਇਹ ਸਾਰਾ ਦਾ ਸਾਰਾ ਦੱਖਣੀ ਪਠਾਰ ਹੈ, ਯਾਨੀ ਕਿ ਦੱਖਣੀ ਪਠਾਰ ਜਿਹੜਾ ਆਪਾਂ ਹੁਣ ਕਰਾਂਗੇ। ਤੇ ਤੁਸੀਂ ਇਸ ਦੇ ਜਿਹੜੇ ਇੰਪੋਰਟੈਂਟ ਪੁਆਇੰਟ ਹੈ ਉਹ ਦੇਖੋ। ਇਸ ਦਾ ਖੇਤਰਫਲ 7 ਲੱਖ ਕਿਲੋਮੀਟਰ ਸਕੁਅਰ ਅਤੇ ਉਚਾਈ 300 ਤੋਂ 900 ਮੀਟਰ ਹੈ। ਇਹ ਪ੍ਰਾਇ ਦੀ ਪਠਾਰ ਦਾ ਸਭ ਤੋਂ ਵੱਡਾ ਪਠਾਰ ਹੈ। ਜਿਹੜਾ ਦੱਖਣੀ ਪਠਾਰ ਹੈ ਇਹਦਾ ਖੇਤਰਫਲ ਕਿੰਨਾ ਹੈ? 7 ਲੱਖ ਕਿਲੋਮੀਟਰ ਸਕੁਅਰ ਅਤੇ ਉਚਾਈ ਕਿੰਨੀ ਹੈ? 300 ਤੋਂ 900 ਮੀਟਰ ਹੈ। ਇਹ ਪ੍ਰਾਇ ਦੀ ਪਠਾਰ ਦਾ ਸਭ ਤੋਂ ਵੱਡਾ ਪਠਾਰ ਹੈ, ਯਾਨੀ ਕਿ ਸਭ ਤੋਂ ਵੱਡਾ ਭਾਗ ਕਿਹੜਾ ਹੈ? ਦੱਖਣੀ ਪਠਾਰ। ਯਾਨੀ ਕਿ ਮਾਲਵੇ ਦੀ ਪਠਾਰ ਹੈ ਜਿਹੜਾ ਇਹ ਛੋਟਾ ਹੈ ਤੇ ਜਿਹੜਾ ਦੱਖਣੀ ਪਠਾਰ ਹੈ ਇਹ ਵੱਡਾ ਹੈ, ਪ੍ਰਾਇ ਦੀ ਪਠਾਰ ਦਾ ਭਾਗ। ਤੇ ਇਸ ਦਾ ਨੈਕਸਟ ਪੁਆਇੰਟ ਹੈ, ਇਸ ਦੀ ਢਾਲ ਉੱਤਰ ਪੱਛਮ ਤੋਂ ਦੱਖਣ ਪੂਰਬ ਵੱਲ ਹੈ। ਜਿਹੜਾ ਇਹ ਦੱਖਣੀ ਪਠਾਰ ਹੈ ਇਸ ਦੀ ਢਾਲ ਕਿਵੇਂ ਹੈ? ਉੱਤਰ, ਜਿਵੇਂ ਤੁਸੀਂ ਮੰਨ ਸਕਦੇ ਹੋ ਇਹ ਵਾਲਾ ਉੱਤਰ ਹੋ ਗਿਆ, ਇਹ ਪੱਛਮ ਹੋ ਗਿਆ, ਇਹ ਹੋ ਗਿਆ ਦੱਖਣ ਤੇ ਇਹ ਹੋ ਗਿਆ ਪੂਰਬ। ਇਸ ਦੀ ਢਾਲ ਉੱਤਰ ਪੱਛਮ ਯਾਨੀ ਕਿ ਇੱਧਰ ਤੋਂ ਲੈ ਕੇ ਦੱਖਣ ਪੂਰਬ ਯਾਨੀ ਕਿ ਇੱਧਰ ਤੱਕ, ਯਾਨੀ ਕਿ ਇਹਦੀ ਜੋ ਢਲਾਨ ਹੈ ਜਿਹੜਾ ਪੱਛਮੀ ਜਿਹੜਾ ਕਿ ਦੱਖਣੀ ਪਠਾਰ ਹੈ ਇਹਦੀ ਢਲਾਨ ਹੈ ਜਿਹੜੀ ਉਹ ਕਿਵੇਂ ਹੈ? ਇੱਦਾਂ ਇਸ ਦੀ ਢਲਾਨ ਹੈ। ਇਸ ਕਰਕੇ ਇੱਥੇ ਵਗਣ ਵਾਲੀਆਂ ਨਦੀਆਂ ਗੋਦਾਵਰੀ, ਕ੍ਰਿਸ਼ਨਾ, ਕਾਵੇਰੀ, ਮਹਾਨਦੀ ਅਤੇ ਇੰਦਰਾਵਤੀ ਆਦਿ ਪੂਰਬ ਵੱਲ ਵਗਦੀ ਹੋਈ ਬੰਗਾਲ ਦੀ ਖਾੜੀ ਵਿੱਚ ਡਿੱਗਦੀਆਂ ਹਨ। ਤੁਸੀਂ ਦੇਖੋ ਜਿਹੜਾ ਇਹ ਦੱਖਣੀ ਪਠਾਰ ਹੈ ਇਸ 'ਤੇ ਕਈ ਨਦੀਆਂ ਹਨ। ਕਿਹੜੀ? ਗੋਦਾਵਰੀ, ਕ੍ਰਿਸ਼ਨਾ, ਕਾਵੇਰੀ, ਮਹਾਨਦੀ ਅਤੇ ਇੰਦਰਾਵਤੀ। ਤੇ ਇਹ ਜਿਹੜਾ ਇਸ ਦਾ ਜਿਹੜੀ ਢਾਲ ਪੂਰਬ ਵਿੱਚ ਹੋਣ ਕਰਕੇ, ਦੱਖਣ ਪੂਰਬ ਵਿੱਚ ਹੋਣ ਕਰਕੇ ਜਿਹੜੀ ਨਦੀਆਂ ਨੇ ਇਹ ਕਿੱਧਰ ਨੂੰ ਵਗਦੀਆਂ ਨੇ? ਇਹ ਪੂਰਬ ਵੱਲ ਵਗਦੀਆਂ ਨੇ ਤੇ ਇਹ ਪੂਰਬ ਵੱਲ ਵਗਦੀ ਹੋਈ ਬੰਗਾਲ ਦੀ ਖਾੜੀ ਵਿੱਚ ਡਿੱਗਦੀਆਂ ਹਨ। ਤੁਸੀਂ ਇਸ ਨੂੰ ਭਾਰਤ ਦੇ ਮੈਪ ਵਿੱਚ ਦੇਖੋਗੇ ਕਿ ਜਿਹੜਾ ਇਹ ਭਾਰਤ ਦਾ ਇਹ ਜਿਹੜਾ ਮੈਪ ਤੁਸੀਂ ਦੇਖੋ, ਜਿਹੜਾ ਇਹ ਭਾਰਤ ਦਾ ਮੈਪ ਹੈ ਤੇ ਇਹ ਭਾਰਤ ਦਾ ਜਿਹੜਾ ਦੱਖਣੀ ਸਿਰਾ ਹੈ। ਤੇ ਦੇਖੋ ਇਹ ਵਾਲੀ ਬੰਗਾਲ ਦੀ ਖਾੜੀ ਜਿਹੜਾ ਸਮੁੰਦਰ ਦਾ ਇੱਕ ਹਿੱਸਾ ਬੰਗਾਲ ਦੀ ਖਾੜੀ, ਤੇ ਜਿੰਨੀ ਵੀ ਨਦੀਆਂ ਆਉਂਦੀਆਂ ਨੇ ਜਿਹੜੀ ਦੱਖਣੀ ਪਠਾਰ ਤੋਂ ਜਿੰਨੀ ਵੀ ਨਦੀਆਂ ਆਉਂਦੀਆਂ ਨੇ ਇਹ ਵਾਲੀ ਇੱਧਰ ਨੂੰ ਬੰਗਾਲ ਦੀ ਖਾੜੀ ਵਿੱਚ ਵਗਦੀਆਂ ਨੇ, ਯਾਨੀ ਕਿ ਡਿੱਗਦੀਆਂ ਨੇ, ਬੰਗਾਲ ਦੀ ਖਾੜੀ ਵਿੱਚ ਡਿੱਗਦੀਆਂ ਨੇ। ਤੇ ਆਪਾਂ ਇਸ ਦਾ ਅਗਲਾ ਪੁਆਇੰਟ ਦੇਖਦੇ ਹਾਂ। ਇਸ ਉੱਤੇ ਮੌਸਮੀ ਨਦੀਆਂ ਵਗਣ ਕਰਕੇ ਇਸ ਨੂੰ 7 ਹਿੱਸਿਆਂ ਵਿੱਚ ਵੰਡ ਦਿੱਤਾ ਹੈ। ਜਿਹੜਾ ਮਾਲਵੇ ਦੀ ਪਠਾਰ ਸੀ ਉਹਨੂੰ ਕਿੰਨੇ ਹਿੱਸਿਆਂ ਵਿੱਚ ਵੰਡਿਆ ਸੀ? 3 ਹਿੱਸਿਆਂ ਵਿੱਚ। ਤੇ ਜਿਹੜਾ ਇਹ ਦੱਖਣੀ ਪਠਾਰ ਹੈ ਇਹਨੂੰ ਕਿੰਨੇ ਹਿੱਸੇ ਵਿੱਚ ਵੰਡਿਆ ਜਾਂਦਾ ਹੈ? 7 ਹਿੱਸਿਆਂ ਵਿੱਚ। ਕਿਹੜੇ ਉਹ ਆਪਾਂ ਦੇਖਦੇ ਹਾਂ। ਪਹਿਲਾ ਹੈ ਮਹਾਰਾਸ਼ਟਰ ਦਾ ਪਠਾਰ, ਦੂਜਾ ਹੈ ਛੱਤੀਸਗੜ੍ਹ ਦਾ ਪਠਾਰ, ਤੀਜਾ ਹੈ ਤੇਲੰਗਾਨਾ ਜਾਂ ਆਂਧਰਾ ਪ੍ਰਦੇਸ਼ ਦਾ ਪਠਾਰ, ਚੌਥਾ ਹੈ ਕਰਨਾਟਕ ਦਾ ਪਠਾਰ, ਪੰਜਵਾਂ ਹੈ ਪੱਛਮੀ ਘਾਟ, ਛੇਵਾਂ ਹੈ ਪੂਰਬੀ ਘਾਟ, ਸੱਤਵਾਂ ਹੈ ਜਿਹੜਾ ਦੱਖਣੀ ਪਹਾੜੀ ਸਮੂਹ। ਤੇ ਆਪਾਂ ਇਹਨਾਂ ਨੂੰ ਵਿਸਤਾਰ ਵਿੱਚ ਦੇਖਦੇ ਹਾਂ। ਇਹ ਜਿਹੜੇ ਤੁਸੀਂ ਦੇਖੋਗੇ ਜਿਹੜਾ ਮਹਾਰਾਸ਼ਟਰ ਦਾ ਪਠਾਰ ਹੈ ਇਹ ਮਹਾਰਾਸ਼ਟਰ ਵਿੱਚ ਹੈ ਤੇ ਇਹਦੇ ਬਾਰੇ ਕੋਈ ਇੰਪੋਰਟੈਂਟ ਜਿਹੜੀ ਗੱਲ ਨਹੀਂ ਹੈ। ਤੇ ਜਿਹੜਾ ਦੂਜਾ ਛੱਤੀਸਗੜ੍ਹ ਦਾ ਪਠਾਰ ਇਹ ਛੱਤੀਸਗੜ੍ਹ ਵਿੱਚ ਹੈ। ਤੇ ਤੀਜਾ ਜਿਹੜਾ ਹੈ ਤੇਲੰਗਾਨਾ ਜਾਂ ਆਂਧਰਾ ਪ੍ਰਦੇਸ਼ ਦਾ ਪਠਾਰ, ਇਹ ਤੇਲੰਗਾਨਾ ਜਾਂ ਕਈ ਵਾਰ ਆਂਧਰਾ ਪ੍ਰਦੇਸ਼ ਇਸ ਨੂੰ ਕਹਿ ਦਿੰਦੇ ਆ। ਜਿਹੜਾ ਆਂਧਰਾ ਪ੍ਰਦੇਸ਼ ਦਾ ਪਠਾਰ ਇਸ ਨੂੰ ਕਹਿ ਦਿੰਦੇ ਆ, ਕਿਸ ਨੂੰ? ਤੇਲੰਗਾਨਾ ਦੇ ਪਠਾਰ ਨੂੰ। ਤੇ ਇਸਦਾ ਚੌਥਾ ਹੈ ਕਰਨਾਟਕ ਦਾ ਪਠਾਰ। ਇਸ ਬਾਰੇ ਕੁਝ ਇੰਪੋਰਟੈਂਟ ਪੁਆਇੰਟ ਹੈ ਉਹ ਆਪਾਂ ਪੜ੍ਹਦੇ ਹਾਂ। ਇਸ ਉੱਤੇ ਦੱਖਣੀ ਪਠਾਰ ਦੀ ਸਭ ਤੋਂ ਉੱਚੀ ਪਹਾੜੀਆਂ ਬਾਬਾ ਬੁਦਨ ਸਥਿਤ ਹੈ, ਜਿਹੜੀ ਕਿ ਦੱਖਣੀ ਪਠਾਰ ਦੀ ਸਭ ਤੋਂ ਉੱਚੀ ਚੋਟੀ ਹੈ। ਜਿਹੜੀ ਕਿ ਦੱਖਣੀ ਪਠਾਰ ਦੀ ਸਭ ਤੋਂ ਉੱਚੀ ਚੋਟੀ ਹੈ ਉਹ ਕਿਹੜੇ ਭਾਗ ਤੇ ਹੈ?
ਕਰਨਾਟਕ ਦੀ ਪਠਾਰ ਤੇ, ਜਿਸ ਦਾ ਕੀ ਨਾਂ ਹੈ ਬਾਬਾ ਬੁਦਨ। ਤੇ ਇਸ ਦਾ ਨੈਕਸਟ ਪੁਆਇੰਟ ਹੈ ਪੱਛਮੀ ਘਾਟ। ਇਸ ਨੂੰ ਸਹਿਦਰੀ ਦੀਆਂ ਪਹਾੜੀਆਂ ਵੀ ਕਿਹਾ ਜਾਂਦਾ ਹੈ। ਇਹ ਉੱਤਰ ਵੱਲ ਤਪਤੀ ਨਦੀ ਤੋਂ ਲੈ ਕੇ ਦੱਖਣ ਵਿੱਚ ਕੰਨਿਆਕੁਮਾਰੀ ਤਮਿਲਨਾਡੂ ਤੱਕ 1600 ਕਿਲੋਮੀਟਰ ਦੀ ਲੰਬਾਈ ਤੱਕ ਜਿਹੜਾ ਫੈਲਿਆ ਹੈ। ਇਸ ਦੀ ਉਚਾਈ 1200 ਮੀਟਰ ਹੈ। ਇਸ ਵਿੱਚ ਉੱਤਰ ਤੋਂ ਦੱਖਣ ਵਿੱਚ ਕ੍ਰਮਵਾਰ 3 ਦਰੇ ਥਾਲਘਾਟ, ਬੋਰਘਾਟ ਤੇ ਪਾਲਘਾਟ ਹਨ। ਜਿਹੜਾ ਇਹ ਪੱਛਮੀ ਘਾਟ ਇਸ ਦਾ ਭਾਗ ਹੈ, ਇਸ ਬਾਰੇ ਜਿਹੜਾ ਇੰਪੋਰਟੈਂਟ ਪੁਆਇੰਟ ਬਣਦਾ ਹੈ ਉਹ ਤੁਸੀਂ ਧਿਆਨ ਨਾਲ ਦੇਖੋ। ਇਸ ਨੂੰ ਕੀ ਕਿਹਾ ਜਾਂਦਾ ਹੈ? ਸਹਿਦਰੀ ਦੀਆਂ ਪਹਾੜੀਆਂ ਵੀ ਕਿਹਾ ਜਾਂਦਾ ਹੈ। ਕਿਸ ਨੂੰ? ਪੱਛਮੀ ਘਾਟ ਨੂੰ। ਇਹ ਉੱਤਰ ਵਿੱਚ ਤਾਪਤੀ ਨਦੀ ਤੋਂ ਲੈ ਕੇ ਦੱਖਣ ਵਿੱਚ ਕੰਨਿਆਕੁਮਾਰੀ ਤਮਿਲਨਾਡੂ ਤੱਕ 1600 ਕਿਲੋਮੀਟਰ ਦੀ ਲੰਬਾਈ ਅਤੇ ਉਚਾਈ ਕਿੰਨੀ ਹੈ ਇਹਦੀ? 1200 ਮੀਟਰ ਹੈ। ਤੁਸੀਂ ਇਸ ਨੂੰ ਮੈਪ ਵਿੱਚ ਦੇਖ ਵੀ ਸਕਦੇ ਹੋ। ਇਹ ਜਿਹੜਾ ਤੁਸੀਂ ਦੇਖੋ, ਇਹ ਵਾਲਾ ਜਿਹੜਾ ਇਹ ਭਾਰਤ ਦਾ ਜਿਹੜਾ ਦੱਖਣੀ ਸਿਰਾ ਹੈ, ਤੇ ਤੁਸੀਂ ਦੇਖੋ ਇਹ ਪ੍ਰਾਇਦੀਪ ਪਠਾਰ ਦਾ ਹਿੱਸਾ ਹੈ। ਤੇ ਤੁਸੀਂ ਦੇਖੋ ਜਿਹੜਾ ਆਪਾਂ ਹੁਣ ਕਰ ਰਹੇ ਹਾਂ ਦੱਖਣੀ ਪਠਾਰ ਦੇ ਹਿੱਸੇ, ਤੇ ਆਪਾਂ ਹੁਣ ਕਰ ਰਹੇ ਹਾਂ ਕਿਹੜਾ? ਆਪਾਂ ਕਰ ਰਹੇ ਹਾਂ, ਆਪਾਂ ਇਸ ਦਾ ਪੁਆਇੰਟ ਕਰ ਰਹੇ ਹਾਂ ਪੱਛਮੀ ਘਾਟ। ਤੇ ਤੁਸੀਂ ਦੇਖੋਗੇ ਜਿਹੜਾ ਇਹ ਪੱਛਮੀ ਘਾਟ ਹੈ ਇਹ ਕਿੱਧਰ ਵੱਲ ਬਣਦਾ ਹੈ? ਇਹ ਵਾਲਾ ਤੁਸੀਂ ਦੇਖੋ, ਇਹ ਪੱਛਮੀ ਘਾਟ ਬਣਦਾ ਹੈ ਪ੍ਰਾਇਦੀਪ ਪਠਾਰ ਦਾ ਜਿਹੜਾ ਦੂਜਾ ਭਾਗ ਹੈ ਦੱਖਣੀ ਪਠਾਰ, ਉਹਦਾ ਹਿੱਸਾ। ਜਿਹੜਾ ਪੱਛਮੀ ਭਾਗ ਹੈ ਇਸ ਦੀ ਲੰਬਾਈ ਆਪਾਂ ਨੇ ਕਿੰਨੀ ਕਰੀ ਸੀ? 1600 ਮੀਟਰ। ਤੇ ਉਚਾਈ ਕਿੰਨੀ ਦੇਖੀ ਸੀ ਆਪਾਂ ਨੇ? ਉਚਾਈ ਜਿਹੜੀ ਇਹਦੀ ਬਣੀ ਸੀ 1200 ਮੀਟਰ। ਤੇ ਇਹ ਵਾਲਾ ਜਿਹੜਾ ਤਾਪਤੀ ਨਦੀ ਤੋਂ ਦੱਖਣ ਵਿੱਚ ਕੰਨਿਆਕੁਮਾਰੀ ਤੱਕ ਫੈਲਿਆ ਹੈ। ਤੁਸੀਂ ਦੇਖੋਗੇ ਜਿਹੜਾ ਇਹ ਵਾਲਾ ਜਿਹੜਾ ਪੱਛਮੀ ਘਾਟ ਹੈ ਇਹ ਇੱਧਰ ਤੋਂ ਲੈ ਕੇ ਜਿਹੜਾ ਕੰਨਿਆਕੁਮਾਰੀ ਹੈ, ਯਾਨੀ ਕਿ ਤਮਿਲਨਾਡੂ ਜਿਹੜਾ ਰਾਜ ਹੈ ਭਾਰਤ ਦਾ, ਉੱਧਰ ਤੱਕ ਇਹ ਫੈਲਿਆ ਹੋਇਆ ਹੈ। ਜਿਵੇਂ ਇਹ ਤੁਸੀਂ ਦੇਖ ਵੀ ਸਕਦੇ ਹੋ ਮੈਪ ਵਿੱਚ, ਇਹ ਪੱਛਮੀ ਘਾਟ ਫੈਲਿਆ ਹੋਇਆ ਹੈ। ਤੇ ਜਿਹੜਾ ਇਸ ਦੇ ਅੱਗੇ ਦੇਖੋ, ਇਸ ਵਿੱਚ ਉੱਤਰ ਤੋਂ ਦੱਖਣ ਵਿੱਚ ਕ੍ਰਮਵਾਰ 3 ਦਰੇ ਥਾਲਘਾਟ, ਬੋਰਘਾਟ ਅਤੇ ਪਾਲਘਾਟ ਹਨ। ਤੇ ਇਸ ਦਾ ਜਿਹੜਾ ਅਗਲਾ ਹਿੱਸਾ ਬਣਦਾ ਹੈ ਪੂਰਬੀ ਘਾਟ। ਇਹ ਉੱਤਰ ਵਿੱਚ ਮਹਾਨਦੀ ਤੋਂ ਦੱਖਣ ਵਿੱਚ ਨੀਲਗਿਰੀ ਪਹਾੜੀਆਂ ਤਮਿਲਨਾਡੂ ਤੱਕ 800 ਕਿਲੋਮੀਟਰ ਲੰਬੇ ਅਤੇ 500 ਮੀਟਰ ਉੱਚੇ ਹਨ। ਇਹ ਪੱਛਮੀ ਘਾਟ ਦੇ ਮੁਕਾਬਲੇ ਜ਼ਿਆਦਾ ਚੌੜੇ ਹਨ। ਤੁਸੀਂ ਇਸ ਨੂੰ ਮੈਪ ਵਿੱਚ ਦੇਖੋ, ਜਿਹੜਾ ਇਹ ਵਾਲਾ ਹੈ, ਜਿਹੜਾ ਆਪਾਂ ਨੇ ਹੁਣ ਕੀਤਾ ਸੀ ਜਿਹੜਾ ਪੱਛਮੀ ਘਾਟ, ਤੇ ਆਪਾਂ ਨੇ ਜਿਹੜਾ ਹੁਣ ਪੁਆਇੰਟ ਦੇਖ ਕੇ ਹਟਿਆ ਉਹ ਕਿਹੜਾ ਹੈ? ਪੂਰਬੀ ਘਾਟ। ਤੁਸੀਂ ਦੇਖ ਵੀ ਸਕਦੇ ਹੋ ਇਹ ਵਾਲਾ ਪੂਰਬੀ ਘਾਟ ਹੈ। ਇਹ ਮਹਾਨਦੀ ਤੋਂ ਲੈ ਕੇ ਨੀਲਗਿਰੀ, ਤੁਸੀਂ ਦੇਖੋ ਇਹ ਵਾਲਾ ਨੀਲਗਿਰੀ ਪਰਬਤ ਹੈ, ਇੱਧਰ ਤੱਕ ਇਹ ਫੈਲਿਆ ਹੋਇਆ ਹੈ। ਤੇ ਜਿਹੜਾ ਤੁਸੀਂ ਇੱਕ ਗੱਲ ਹੋਰ ਧਿਆਨ ਦਿਓ, ਜਿਹੜਾ ਕਿ ਪੂਰਬੀ ਘਾਟ ਹੈ, ਤੁਸੀਂ ਦੇਖੋ ਜਿਹੜਾ ਇਹ ਪੂਰਬੀ ਘਾਟ ਹੈ ਇਹ ਪੱਛਮੀ ਘਾਟ ਤੋਂ ਜ਼ਿਆਦਾ ਚੌੜਾ ਹੈ। ਕਿਹੜਾ? ਇਹ ਵਾਲਾ ਜ਼ਿਆਦਾ ਚੌੜਾ ਹੈ। ਤੇ ਅੱਗੇ ਦੇਖੋ ਇਸ ਦੀ ਲੰਬਾਈ ਕਿੰਨੀ ਹੈ? 800 ਕਿਲੋਮੀਟਰ ਤੇ ਉਚਾਈ ਕਿੰਨੀ ਹੈ? 500 ਮੀਟਰ। ਤੇ ਇਸ ਦਾ ਜਿਹੜਾ ਅਗਲਾ ਪੁਆਇੰਟ ਬਣਦਾ ਹੈ ਦੱਖਣੀ ਪਹਾੜੀ ਸਮੂਹ। ਉੱਤਰੀ ਭਾਗਾਂ ਤੋਂ ਪੱਛਮੀ ਤੇ ਪੂਰਬੀ ਘਾਟਾਂ ਦੀਆਂ ਪਹਾੜੀਆਂ ਦੂਰ ਦੱਖਣ ਵਿੱਚ ਜਿਸ ਸਥਾਨ ਤੇ ਆ ਕੇ ਮਿਲਦੀਆਂ ਹਨ ਉਸ ਸਥਾਨ ਨੂੰ ਦੱਖਣੀ ਪਹਾੜੀਆਂ ਜਾਂ ਨੀਲਗਿਰੀ ਦੀਆਂ ਪਹਾੜੀਆਂ ਜਾਂ ਨੀਲੇ ਪਹਾੜ ਵੀ ਕਹਿੰਦੇ ਹਨ। ਉਚਾਈ 1220 ਕਿਲੋਮੀਟਰ ਹੈ। ਇਸ ਵਿੱਚ ਸਭ ਤੋਂ ਉੱਚੀ ਚੋਟੀ ਦੁੱਧ ਬੇਟਾ, ਜਿਹਦੀ ਲੰਬਾਈ ਕਿੰਨੀ ਹੈ? 2637 ਮੀਟਰ ਹੈ। ਜਿਹੜਾ ਇਸ ਦਾ ਆਖਰੀ ਭਾਗ ਬਣਦਾ ਹੈ ਕਿਹਦਾ? ਦੱਖਣੀ ਪਠਾਰ ਦਾ, ਉਹ ਬਣਦਾ ਦੱਖਣੀ ਪਹਾੜੀ ਸਮੂਹ। ਤੁਸੀਂ ਦੇਖ ਵੀ ਸਕਦੇ ਹੋ ਇਹ ਵਾਲਾ ਜਿਹੜਾ ਦੱਖਣ ਵਿੱਚ ਆ ਗਿਆ ਉਹ ਦੱਖਣੀ ਆਪਾਂ ਪਹਾੜੀ ਸਮੂਹ ਕਵਾਂਗੇ। ਤੇ ਦੇਖੋ ਇਸ ਬਾਰੇ ਜਿਹੜਾ ਪੁਆਇੰਟ ਹੈ, ਉੱਤਰੀ ਭਾਗਾਂ ਤੋਂ ਪੱਛਮੀ ਤੇ ਪੂਰਬੀ ਘਾਟਾਂ ਦੀਆਂ ਪਹਾੜੀਆਂ ਦੂਰ ਦੱਖਣ ਵਿੱਚ ਜਿਸ ਸਥਾਨ ਤੇ ਆ ਕੇ ਮਿਲਦੀਆਂ ਹਨ। ਤੁਸੀਂ ਇਸ ਨੂੰ ਮੈਪ ਵਿੱਚ ਦੇਖੋ, ਜਿੰਨਾ ਵੀ ਜਿਹੜਾ ਘਾਟ ਹੈ, ਚਾਹੇ ਉਹ ਪੱਛਮੀ ਘਾਟ ਹੈ ਜਾਂ ਪੂਰਬੀ ਘਾਟ ਹੈ ਜਾਂ ਜਿੰਨੀ ਵੀ ਜਿਹੜੀ ਘਾਟੀ ਹੈ ਛੋਟੀ ਛੋਟੀ, ਉਹ ਜਿਹੜੀ ਇੱਧਰ ਆ ਕੇ ਉਹ ਮਿਲਦੀਆਂ ਨੇ। ਤੁਸੀਂ ਦੇਖ ਵੀ ਸਕਦੇ ਹੋ ਇਹ ਪੱਛਮੀ ਘਾਟ, ਇਹ ਪੂਰਬੀ ਘਾਟ, ਇਹ ਇੱਧਰ ਮਿਲ ਗਿਆ, ਇੱਧਰ ਆ ਕੇ ਮਿਲ ਗਿਆ। ਤੇ ਇਸ ਨੂੰ ਹੀ ਆਪਾਂ ਕੀ ਕਹਾਂਗੇ? ਦੱਖਣੀ ਪਹਾੜੀਆਂ। ਹਾਂ, ਕੀ ਕਹਾਂਗੇ ਇਹਨੂੰ? ਦੱਖਣੀ ਪਹਾੜੀਆਂ ਜਾਂ ਫਿਰ ਨੀਲਗਿਰੀ ਪਰਬਤ ਜਾਂ ਫਿਰ ਨੀਲੇ ਪਹਾੜ। ਯਾਨੀ ਕਿ ਜਿੱਥੇ ਵੀ ਇਹ ਘਾਟ ਮਿਲਦੇ ਹਨ ਉਸ ਸਥਾਨ ਨੂੰ ਆਪਾਂ ਕੀ ਕਹਾਂਗੇ? ਨੀਲਗਿਰੀ ਪਰਬਤ ਜਾਂ ਨੀਲੇ ਪਹਾੜ ਜਾਂ ਫਿਰ ਦੱਖਣੀ ਪਹਾੜੀ ਸਮੂਹ। ਤੇ ਤੁਸੀਂ ਇੱਕ ਗੱਲ ਹੋਰ ਧਿਆਨ ਦਿਓ, ਜਿਹੜਾ ਕਿ ਇਸ ਵਿੱਚ ਸਭ ਤੋਂ ਉੱਚੀ ਚੋਟੀ ਹੈ ਉਹ ਕਿਹੜੀ ਹੈ? ਦੁੱਧ ਦਾ ਬੇਟਾ, ਜਿਹਦੀ ਲੰਬਾਈ ਕਿੰਨੀ ਹੈ? 2637 ਮੀਟਰ। ਤੇ ਇਹ ਵਾਲਾ ਜਿਹੜਾ ਪਾਰਟ ਹੈ ਇਹ ਆਪਣਾ ਜਿਹੜਾ ਕੰਪਲੀਟ ਹੋ ਗਿਆ।
ਤੇ ਆਪਾਂ ਇਸ ਦਾ ਨੈਕਸਟ ਪਾਰਟ ਹੈ ਜਿਹੜਾ ਉਹ ਜਲਦ ਹੀ ਲੈ ਕੇ ਆਵਾਂਗੇ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੀ ਸੋਲਵਰ ਅਕੈਡਮੀ ਨਾਲ ਵੀ ਜੁੜੋ। ਤੇ ਇੱਕ ਵਾਰ ਫਿਰ ਮੈਂ ਕਹਿਣਾ ਚਾਹਾਂਗਾ, ਜੇਕਰ ਤੁਹਾਨੂੰ ਕੋਈ ਵੀ ਪੁਆਇੰਟ ਤੇ ਡਾਊਟ ਆਉਂਦਾ ਹੈ ਤਾਂ ਤੁਸੀਂ ਟੈਲੀਗ੍ਰਾਮ ਦੇ ਲਿੰਕ ਵਿੱਚ ਜਾ ਕੇ ਉਸ ਨੂੰ ਜੁਆਇਨ ਕਰਕੇ ਆਪਣੇ ਡਾਊਟ ਕਲੀਅਰ ਕਰ ਸਕਦੇ ਹੋ। ਵੀਡੀਓ ਨੂੰ ਪੂਰਾ ਦੇਖਣ ਲਈ ਧੰਨਵਾਦ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ।